चलो चक लड्डू हम शांत रख यहोवा लो। की ओर फिरें, क्योंकि उसी ने फाड़ा और वही चंगा भी करेगा। उसी ने मारा और वही हमारे गांवों पर पट्टी बांधेगा। हालेलुया। परमेश्वर पिता जी कह रहे हैं, ਉਹਦੇ ਨਵੀ ਦਾਸ ਵੀ ਕਹਿ ਰਹੇ ਨੇ, ਪਰਮੇਸ਼ਰ ਪਿਤਾ ਜੀ ਕਹਿੰਦੇ ਜਿਵੇਂ ਤੁਸੀਂ ਬੜੇ ਬਿਮਾਰ ਹੋ, ਕਾਫੀ ਸੰਗਤਾਂ ਨੇ ਮੈਂ ਸਮੱਸਿਆ ਪੁੱਛੀਆਂ, ਉਹ ਕਹਿੰਦੇ ਕੋਈ ਪੇਟ ਦੀਆਂ ਦਿੱਕਤਾਂ ਦੱਸੀਆਂ, ਕੋਈ ਰਸੋਲੀ ਦੀਆਂ ਦਿੱਕਤਾਂ ਦੱਸੀਆਂ, ਕੋਈ ਪੂਰੇ ਸਰੀਰ ਦੀਆਂ ਦਿੱਕਤਾਂ ਦੱਸੀਆਂ। ਤਾਂ ਬੱਚਿਓ ਦੇਖੋ ਪਰਮੇਸ਼ਰ ਇਹ ਦੱਸਦਾ, ਆਓ ਯਹੋਵਾ की ओर फिरे, तो यहोवा जी अपने जो कोई जख्म है, जख्म से पट्टी बनता है, तो अपने जख्म से दवाई लाता है, तो ਆਪਾਂ ਨੂੰ ਚੰਗਾ ਕਰਦਾ ਹੈ। ਤਾਂ ਪਰਮੇਸ਼ਰ ਆਪਾਂ ਨੂੰ ਆਵਾਜ਼ ਮਾਰਦਾ ਹੈ ਕਿ ਮੈਂ ਤੁਹਾਡੇ ਤੇ ਦਇਆ ਕਰਾਂ ਤੇ ਮੈਂ ਤੁਹਾਨੂੰ ਚੰਗਾ ਕਰਾਂ। ਤਾਂ ਪਰਮੇਸ਼ਰ ਯਹੋਵਾ ਤਾਂ ਕੀ ਦੱਸਦਾ ਹੈ ਕਿ ਆਪਾਂ ਨੂੰ ਕਿਸ ਤਰ੍ਹਾਂ ਆਵਾਜ਼ ਮਾਰਦਾ ਹੈ ਚੰਗਾ ਕਰਨ ਦੇ ਲਈ, ਕੀ ਕਹਿੰਦਾ ਹੈ? ਆਮੀਨ। 2 दिन के बाद वह हमको जिलाएगा और तीसरे दिन वह हमको उठाकर खड़ा करेगा। ਹਾਲੇਲੂਇਆ। ਕਹਿੰਦਾ 2 ਦਿਨਾਂ ਦੇ ਵਿੱਚ ਤੀਸਰੇ ਦਿਨ ਆਪਾਂ ਨੂੰ ਚਲਾ ਦੂ, ਖੜਾ ਕਰ ਦੂਗਾ। ਜੇ ਆਪਣੇ ਅੰਦਰ ਵਿਸ਼ਵਾਸ ਹੈ, ਆਪਣੇ ਅੰਦਰ ਭਰੋਸਾ ਹੈ, ਤਾਂ ਬੱਚਿਓ 2 ਦਿਨਾਂ ਦੇ ਵਿੱਚ ਹੀ ਕਹਿ ਰਿਹਾ, 2 ਦਿਨਾਂ ਦੇ ਵਿੱਚ ਤੀਜੇ ਦਿਨ ਮੈਂ ਤੈਨੂੰ ਚਲਾ ਕੇ ਖੜਾ ਕਰਕੇ ਤੋੜ ਦੂੰਗਾ ਜੇ ਤੇਰੇ ਅੰਦਰ ਵਿਸ਼ਵਾਸ ਹੈ। ਤਾਂ ਯਹੋਵਾ ਵਾਅਦਾ ਕਰ ਰਿਹਾ ਹੈ, ਜ਼ਖਮ ਹੈ ਤਾਂ ਜ਼ਖਮ ਨੂੰ ਚੰਗਾ ਕਰਨ ਦੇ ਲਈ, ਜੇ ਅੰਦਰ ਦੁੱਖ ਹੈ ਦੁੱਖ ਨੂੰ ਦੂਰ ਕਰਨ ਦੇ ਲਈ। ਤਾਂ ਪਰਮੇਸ਼ਰ ਯਹੋਵਾ ਐਸੀ ਚੀਜ਼ ਹੈ ਜੋ ਆਪਣੇ ਜ਼ਖਮਾਂ ਦੇ ਵੀ ਪੱਟੀ ਬੰਨ੍ਹਦਾ ਹੈ ਤੇ ਬਿਮਾਰੀ ਤੇ ਸੰਕਟ ਹੈ ਉਸ ਨੂੰ ਵੀ ਦੂਰ ਕਰਦਾ ਹੈ। ਆਪਾਂ ਨੂੰ ਭਰੋਸਾ ਕਰਨਾ ਚਾਹੀਦਾ, ਵਿਸ਼ਵਾਸ ਕਰਨਾ ਚਾਹੀਦਾ। ਜੇ ਤੁਹਾਡੇ ਅੰਦਰ ਦੁੱਖ ਆ ਜਾਂਦਾ ਹੈ, ਬਿਮਾਰੀ ਆ ਜਾਂਦੀ ਹੈ, ਤਾਂ ਤੁਸੀਂ ਡਾਕਟਰਾਂ ਦੇ ਵੱਲ ਭੱਜ ਲੈਂਦੇ ਹੋ ਵੀ ਇਹ ਡਾਕਟਰ ਕੋਲ ਚੱਲਾਂਗੇ ਤਾਂ ਬਿਮਾਰੀ ਠੀਕ ਹੋ ਸਕਦੀ ਹੈ। ਤਾਂ ਬੱਚਿਓ ਕਾਲ ਆਪਣੀ ਬੁੱਧੀ ਕਮਾਨ ਹੁੰਦਾ ਹੈ, ਤਾਂ ਜਿਹੜੀ ਬਿਮਾਰੀ ਉਹ ਡਾਕਟਰ ਥੋੜੀ ਉਹਨੂੰ ਬਣਾ ਕੇ ਉਹਦੇ ਅੰਦਰ ਲਾਉਂਦਾ ਹੈ। ਕੋਈ ਬਿਮਾਰੀ ਬਣਦੀ ਹੈ ਤਾਂ ਡਾਕਟਰ ਥੋੜੀ ਬਣਾਉਂਦਾ ਹੈ, ਬੇਟਾ ਡਾਕਟਰ ਬਣਾਉਂਦਾ ਉਸ ਬਿਮਾਰੀ ਨੂੰ। ਕੌਣ ਬਣਾਉਂਦਾ ਹੈ? ਬਿਮਾਰੀ ਪਰਮੇਸ਼ਰ ਦੇ ਕ੍ਰੋਧ ਦੇ ਨਾਲ ਹੀ ਬਣਦੀ ਹੈ। ਬਿਮਾਰੀ ਪਰਮੇਸ਼ਰ ਦੇ ਕ੍ਰੋਧ ਦੇ ਨਾਲ ਹੀ ਆਉਂਦੀ ਹੈ, ਕਿਉਂਕਿ ਆਪਣੇ ਉੱਤੇ ਪਰਮੇਸ਼ਰ ਦਾ ਕ੍ਰੋਧ ਆ ਜਾਂਦਾ ਤਾਂ ਬਿਮਾਰੀ ਬਣ ਜਾਂਦੀ ਹੈ। ਤਾਂ ਪਰ ਕ੍ਰੋਧ ਦੇ ਨਾਲ ਹੀ ਫਿਰ ਆਪਣੇ ਸਰੀਰ ਤੇ ਸੰਕਟ ਆਉਂਦਾ, ਸਰੀਰ ਟੁੱਟਣ ਲੱਗ ਜਾਂਦਾ ਹੈ, ਅੰਦਰ ਸਰੀਰ 'ਚ ਬਿਮਾਰੀਆਂ ਪੈਦਾ ਹੋ ਜਾਂਦੀਆਂ। ਤਾਂ ਪਰਮੇਸ਼ਰ ਕਹਿ ਰਿਹਾ ਹੈ, ਜੇ ਤੇਰਾ ਸਰੀਰ ਪੂਰਾ ਕੰਮ ਨਹੀਂ ਕਰਦਾ, ਤੇਰੇ ਅੰਦਰ ਬਿਮਾਰੀ ਆ ਗਈ, ਤਾਂ ਆ ਫਿਰ ਮੇਰੇ ਕੋਲੇ ਆ ਕੇ ਦੇਖ, ਆ ਤੈਨੂੰ ਮੈਂ ਚੰਗਾ ਕਰਾਂ, ਆ ਤੇਰੇ ਦੁੱਖ दूर करा। आमीन। देखो की कह रहा है? आमीन। तब हम उसके सम्मुख जीवित रहेंगे। आओ हम ज्ञान ढूंढें, वरना यहोवा का ज्ञान प्राप्त करने के लिए यत्न भी करें, क्योंकि हालेलुया। कहने परमेश्वर का नाम लेने वास्ते, ठीक होने वास्ते यत्न करो। जिहड़ा यत्न करो परमेश्वर यहोवा ਨੂੰ ਭਾਲੋ, ਉਹਦੀ ਖੋਜ ਕਰੋ। ਉਹਦੀ ਖੋਜ ਕਰਨ ਦੇ ਨਾਲ ਆਪਾਂ ਨੂੰ ਬਖਸ਼ਦਾ ਹੈ, ਆਪਾਂ ਨੂੰ ਚੰਗਿਆਈ ਬਖਸ਼ਦਾ ਹੈ, ਸਰੀਰ ਨੂੰ ਚੰਗਾ ਕਰਦਾ ਹੈ। ਆਪਾਂ ਉਹਦੀ ਖੋਜ ਕਰਦੇ ਹਰ ਗੱਲ ਦੇ ਵਿੱਚ ਕੀ ਜਾਂਦਾ, क्योंकि यहोवा का प्रकट होना भोर का सा निश्चित है। वह वर्षा के समान हमारे ऊपर आएगा। हालेलुया। जिवें वर्षा आਉਂਦੀ ਹੈ ਉਵੇਂ ਆਪਣੇ ਉੱਤੇ ਮੰਡਰਾਉਂਦਾ ਹੈ, ਉਹਦਾ ਅਨੁਗ੍ਰਹ ਕਰਿਆ ਕਰਦਾ ਹੈ। ਪਰਮੇਸ਼ਰ ਦਾ ਅਨੁਗ੍ਰਹ ਆਪਣੇ ਉੱਤੇ ਕਰਿਆ ਕਰਦਾ ਹੈ, ਆਪਾਂ ਨੂੰ ਚੰਗਾ ਕਰਦਾ। ਜਿਵੇਂ ਵਰਸ਼ਾ ਕਰਨੀ ਹੈ, ਵਰਸ਼ਾ ਉੱਤੇ ਆਪਾਂ ਨੂੰ ਬੜਾ ਆਨੰਦ ਹੁੰਦਾ ਹੈ। ਜਦੋਂ ਸਮੇਂ ਅਨੁਸਾਰ ਵਰਸ਼ਾ ਆਉਂਦੀ ਹੈ ਨਾ, ਤਾਂ ਆਪਾਂ ਨੂੰ ਕਿੰਨਾ ਆਨੰਦ ਹੁੰਦਾ। ਤਾਂ ਪਰਮੇਸ਼ਰ ਜਦੋਂ ਆਪਾਂ ਨੂੰ ਚੰਗਾ ਕਰਦੇ, ਆਪਣੇ ਉੱਤੇ ਉਹਦਾ ਅਨੁਗ੍ਰਹ ਆਉਂਦਾ ਹੈ, ਚੰਗਾ ਕਰਨ ਦੇ ਲਈ ਉਹਦਾ ਪਵਿੱਤਰ ਆਤਮਾ ਮੰਡਰਾਉਂਦਾ ਹੈ, ਤਾਂ ਆਪਾਂ ਨੂੰ ਕਿੰਨੀ ਖੁਸ਼ੀ ਅੱਗੇ ਆਉਂਦੀ ਹੈ। ਆਮੀਨ। वरन बरसात के अंत की वर्षा के समान जिससे भूमि सिंचित है। हे प्रेम, मैं तुझसे क्या कहूँ, हे योद्धा, मैं तुझसे क्या कहूँ। ਹਾਲੇਲੂਇਆ। ਪਰਮੇਸ਼ਰ ਪਿਤਾ ਜੀ ਕਹਿੰਦੇ ਜਦੋਂ ਵਰਸ਼ਾ ਹੋ ਜਾਂਦੀ ਹੈ ਤਾਂ ਤੁਸੀਂ ਭੂਮੀ ਨੂੰ ਸਿੱਝਣ ਲੱਗ ਜਾਂਦੇ ਹੋ, ਤੁਸੀਂ ਭੂਮੀ ਦੇ ਵਿੱਚ ਬੀਜ ਪਾਉਣ ਵਾਸਤੇ ਆਪਣੀ ਤਿਆਰੀ ਕਰਦੇ ਹੋ। ਤਾਂ ਬੱਚਿਓ ਤੁਸੀਂ ਇਹ ਸਰੀਰ ਨੂੰ ਵਾਹੁਣ ਵਾਸਤੇ, ਇਹ ਸਰੀਰ ਨੂੰ ਚੰਗਾ ਹੋਣ ਵਾਸਤੇ ਪਰਮੇਸ਼ਰ ਦੇ ਬਚਨ ਨੂੰ ਗਾਉਣਾ ਹੈ, ਪਰਮੇਸ਼ਰ ਦੀ ਖੋਜ ਕਰਨੀ ਹੈ, ਪਰਮੇਸ਼ਰ ਯਹੋਵਾ ਨੂੰ ਯਾਦ ਕਰਨਾ ਹੈ, ਪਰਮੇਸ਼ਰ ਯਹੋਵਾ ਨੂੰ ਭਾਲਣਾ ਹੈ। ਇਹ ਪਰਮੇਸ਼ਰ ਕਹਿੰਦਾ ਤੂੰ ਮੇਰੀ ਖੋਜ ਕਰ। ਤੂੰ ਜਦੋਂ ਮੈਂ ਮੀਂਹ ਪਰਵਾਉਣਾ ਖੇਤੀ ਦੀ ਵੱਲ ਭੱਜ ਲੈਂਦਾ, ਤੂੰ ਆਪਣੇ ਬੀਜ ਪਾਉਣ ਵਾਸਤੇ ਤਿਆਰੀ ਕਰ ਲੈਂਦਾ, ਤੂੰ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਕਹਿੰਦੇ ਉਹਦੇ ਪਰਮੇਸ਼ਰ ਦੀ ਖੋਜ ਕਰ। ਪਰਮੇਸ਼ਰ ਦਾ ਬਚਨ ਤੇ ਬੀਜ ਪਾਉਣ ਵਾਸਤੇ ਪਰਮੇਸ਼ਰ ਦੀ ਖੋਜ ਕਰ। ਮੈਂ ਤੈਨੂੰ ਚੰਗਾ ਕਰਾਂ, ਮੈਂ ਤੀਜੇ ਦਿਨ ਤੈਨੂੰ ਚਲਾ ਕੇ ਤੰਦਰੁਸਤ ਕਰ ਦਿਆਂ, ਤੈਨੂੰ ਸਹੀ ਸਲਾਮਤ ਕਰ ਦਿਆਂ। ਹਾਲੇਲੂਇਆ। ਤਾਂ ਪਰਮੇਸ਼ਰ ਤਾਂ ਆਪਣਾ ਵਾਅਦਾ ਕਰਦਾ ਹੈ, ਪਰਮੇਸ਼ਰ ਤਾਂ ਆਪਣੇ ਅੱਗੇ ਆਪਣਾ ਵਿਸ਼ਵਾਸ ਰੱਖਦਾ, ਆਪਾਂ ਵਿਸ਼ਵਾਸ ਨਹੀਂ ਕਰਦੇ। ਪਰਮੇਸ਼ਰ ਤਾਂ ਦੇਖੋ ਕੋਈ ਸਾਲਾਂ ਦੀ ਗੱਲ ਨਹੀਂ ਕਹਿ ਰਿਹਾ, ਕੋਈ ਮਹੀਨਿਆਂ ਦੀ ਗੱਲ ਨਹੀਂ ਕਹਿ ਰਿਹਾ, ਕਹਿੰਦਾ ਮੈਨੂੰ ਪੂਰਾ ਵਿਸ਼ਵਾਸ ਹੈ, ਤੀਜੇ ਦਿਨ ਆਏ ਫਿਰੇਗਾ ਭੱਜਿਆ।
दौड़ता फिरेगा। डॉक्टर को जाइए तो 5-7 दिनों की दवाई दे दिंदा, कहता 5 दिन देखी दवाई नहीं, 5 दिनों तो बाद फिर आनी, उस तो बाद कहता 20 दिनों की दवाई दे दईए, 20 दिनों तो बाद कहता महीने की दे दईए। ये डॉक्टर ऐसी दवाई दिंदा है, वो तो पूरा विश्वास कर लिया 3 दिनों में ही कहता दौड़ ते ऐश कर। इसलिए पिताजी बता रहे कि तू इंसान जो अपनी भूमि की सीजन वास्ते नहीं कर जाता है, तो वो अपने लालसा के उस दाने में अनाज में इकट्ठा करने वास्ते उस भूमि की सीधा से अगे की तैयारी कर लेंदा। तो बच्चों शरीर को तुसीं बचाना नहीं चाहते, शरीर को तुहानूं चाहिए नहीं, शरीर की तुहानूं तंदुरुस्ती नहीं चाहिए। जे शरीर की तंदुरुस्ती ना हुई, परमेश्वर का अंदर वचन ना होया, परमेश्वर की कृपा ना हुई, तो शरीर ने मर जाना, डिग पैना, फिर उस तो बाद तुसीं की करोगे। परमेश्वर ने तो बीज बोया सी, वो फसल सी, उन्हें तुहानूं भेजिया सी, पर तू मजरा गया, तू मजरा गया, तू पक्या नहीं, ओदी फसल पूरी पक्की नहीं, वो फसल मुजरा गई क्योंकि परमेश्वर तो दूर हो गई। उसने ਉਹਦੇ ਉੱਤੇ फल नहीं दिता, ਉਹਦੇ ਉੱਤੇ ਉਹ स्प्रे नहीं की, ਉਹਦੇ ਉੱਤੇ ਉਹ ताकत नहीं छिड़की ਜਿਹਦੀ ਆਪਾਂ ਨੂੰ ਚਾਹੀਦੀ, ਜਿਹੜੀ ਉਮਰ ਲੰਮਾ ਕਰਦੀ, ਉਮਰ ਲੰਮੀ ਕਰਦੀ ਹੈ ਤੇ ਸਰੀਰ ਨੂੰ ਚੰਗਾ ਕਰਦੀ ਹੈ। ਉਹ ਅਨੁਗ੍ਰਹ परमेश्वर ने नहीं किया, परमेश्वर ने वो अपने ते कृपा नहीं की क्योंकि परमेश्वर तो दूर रहे हैं। आप आपके साल का अनाज इकट्ठा कर लें, आप कोई चाह भी कुछ मिठा होया या कोई भी चीज़ हुई घर के आप साल 6 महीने का इकट्ठा करना चाहते, तो बच्चों साल ये परमेश्वर को याद करके कई सालों का वचन तुसी भी अंदर इकट्ठा कर लो। शरीर को बचाना ना, शरीर ने लंबी उम्र लेनी है, तो फिर परमेश्वर का वचन जिस तरह आप अनाज इकट्ठा करते हैं, घर में आप चीज़ां इकट्ठियां करते हैं कपड़े लिए, घर के बर्तन के लिए, आपके लिए, तो बच्चों फिर तुसी परमेश्वर को याद करने के लिए शरीर के लिए कुछ क्यों नहीं करते, शरीर लिए क्यों नहीं कर रहे, इसलिए तुसी नहीं करते। तो देखो अज थोड़े अंदर बीमारियां के दुख, अज थोड़े अंदर परमेश्वर ने मौत का बीज बहुत है, थोड़े अंदर परमेश्वर के क्रोध में आके थोड़े अंदर मौत का बीज बोया गया, तो तुसी ना तो डिगते हो, तो मंजी मल लेंगे हो, चलना भी नहीं चलिया जाता, तो नहीं बोलिया जाता, ना कुछ खाया जाता, जलन थोनू खाण नहीं दिंदी, पैरों की जलन थोनू टिकण नहीं दिंदी, धद्दर खारस थोनू टिकण नहीं दिंदी, तो बच्चों घबराहट तेजाब गैस थोनू कुछ खाण नहीं दिंदा, क्योंकि परमेश्वर पिता जी दसते हैं जे तू मेरे कोलों दूर रहेगा, तू मेथों दूर रहेगा, तो तेनू जलन दे विच सताऊंगा, तेनू धद्दर दे विच सताऊंगा, तेनू तड़फाऊंगा। तो बच्चों जिस तरह आप कह दीए परमेश्वर ने भूमि बीज बोने वास्ते अपना भी बनाता, तो जो भी फसल पकती है, फसल पकने के उत्ते मीह ना पवे, तो उत्तों सोका रख दे तो बलनी शुरू हो जाती है, तो वह बीज भी पूरा पकता नहीं, कच्चा रहना शुरू तो उसला जाता, कमजोर रह जाता। इस तरह इंसान बच्चों उम्र के विच कमजोर रह गया, देखो उम्र की रह गई, कमजोर हो गया ना। तो परमेश्वर ने अपनी खेती के उत्ते मेहनत नहीं की, क्योंकि तुसीं याद नहीं किया, मेहनत नहीं की, मेहनत नहीं की, देखो उसकी फसल कमजोर हो गई, कमजोर हो गई तो थोड़ी जान की तैयारी हो गई, बीमारी आ गई, संकट थोड़े अंदर आ गए। तो बच्चों परमेश्वर की मेहनत करांगे तो ये शरीर के उत्ते परमेश्वर चंगी उपज ते चंगा फल देगा, ये चंगियां फोटा कढ़ूगा, ये पूरी चंगियां फोटा निकलनियां। तो बच्चों परमेश्वर के वचन के विच भी लिखा जिहड़ा चिट्टा वाल सिर का चे दाढ़ी का उहनूं की कहा जाता सी, ਉਹਦੀ की निशानी की क्या करते सी पहला समय ਦੇ ਵਿੱਚ, ਉਹਨੂੰ ਕਿਹਾ ਸੀ ਵੀ ਜਿਹਦੇ चिट्टे वाल आ गए, चे सिर ਦੇ आ गए, वो पक गया, वो बजुर्ग हो गया, ਉਹਨੂੰ पक्का किया जाता है, पक्का वो बजुर्ग हो गया, ਉਹਦੇ वाल चिट्टे आ गए। तो परमेश्वर ने वो चिट्टे वाल तो उम्र की निशानी दसी गई, भाई ये काफ़ी मरदा हो गया, ये वाल चिट्टे आ गए, चिट्टे तो वो निशानी दसी गई कि वो पहला उम्र बहुत सी ना, पहला उम्र बहुत सी, चिट्टे तो पता लगता सी। तो बच्चों परमेश्वर ने निशानी दी कहते भाई तू चिट्टा जो वाल दे रहा हाँ ये कदर वास्ते तो तेरी निशानी वास्ते पक्का दे रहा, पक्का भी वाल पक गया है, ये तू बुजुर्ग हो गया है, पक्का हो गया है। तो बच्चों अज देख लो छोटे बच्चा जमदा है तो छोटा जहा होंगे वो वाल पक जाते हैं, वो देखो वाल चिट्टे आ जाते हैं, क्यों कि आप परमेश्वर के पक्के नहीं, आप परमेश्वर के कच्चे हैं।
ਇਸ ਲਈ ਉਹਨੇ ਕੱਚਿਆਂ ਦੇ ਹੀ ਪਕਾ ਦਿੱਤੇ। ਜਿਸ ਤਰ੍ਹਾਂ ਬੱਚਿਓ ਕਈ ਵਾਰੀ ਫਸਲ ਬੜੀ ਕੱਦ ਕਰਦੀ ਹੈ ਤੇ ਬੜੀ ਫਲ ਨਾਲ ਭਰ ਜਾਂਦੀ ਹੈ, ਕਈ ਵਾਰੀ ਫਸਲ ਕੱਦ ਨਹੀਂ ਕਰਦੀ, ਉਹ ਕਈ ਵਾਰੀ ਫੁੱਟ ਫੁੱਟ 'ਚ ਰਹਿ ਜਾਂਦੀ ਹੈ। ਉਹ ਫਲ ਤਾਂ ਜ਼ਰੂਰ ਲੈ ਕੇ ਆਉਂਦੀ ਹੈ, ਉਹ ਫਿਰ ਉਹ ਕੱਦ ਨਹੀਂ ਕਰ ਸਕਦੀ। ਇਸੇ ਤਰ੍ਹਾਂ ਇਨਸਾਨ ਜੋ ਜੰਮਦਾ ਅੱਜ ਕੱਦ ਕਿੱਥੇ ਹੈ ਇਨਸਾਨ ਦਾ? ਦੇਖੋ, ਕਿਸੇ ਦੇ 3 ਫੁੱਟ ਹੈ, ਕਿਸੇ ਦਾ 4 ਫੁੱਟ ਹੈ। ਪਹਿਲਾਂ ਪਰਮੇਸ਼ਰ ਨੇ ਕੱਦ ਕਿੰਨਾ ਦਿੱਤਾ ਸੀ? 11-12 ਫੁੱਟ ਤੋਂ ਲੈ ਕੇ ਕੱਦ ਸੀ ਪਰਮੇਸ਼ਰ ਨੇ ਦਿੱਤੇ ਹੋਏ। ਅੱਜ ਬੱਚੋ ਨਾ ਤਾਂ ਕੋਈ ਕੱਦ ਰਹਿ ਗਿਆ ਤੇ ਨਾ ਹੀ ਉਮਰ ਰਹਿ ਗਈ, ਕਿਉਂਕਿ ਦੋਨੇ ਉਹਦੇ ਵਿੱਚ ਵਿਰੋਧ ਵਿੱਚ ਆ ਗਏ। ਕੱਦ ਵੀ ਉਹਦੇ ਵਿੱਚ ਵਿਰੋਧ 'ਚ ਆ ਗਿਆ, ਤਾਂ ਇਨਸਾਨ ਜਿਹੜਾ ਉਹ ਵੀ ਉਹਦੇ ਵਿਰੋਧ ਵਿੱਚ ਆ ਗਿਆ। ਤਾਂ ਬੱਚੋ ਉਮਰ ਹੈ ਜਿਹੜੀ ਵਿਰੋਧ ਵਿੱਚ ਆ ਗਈ, ਉਹਨੇ ਦੋਨੇ ਚੀਜ਼ਾਂ ਹੀ ਖੋਹ ਲਈਆਂ। ਤਾਂ ਬੱਚੋ ਪਰਮੇਸ਼ਰ ਨੇ ਦੋਨੇ ਚੀਜ਼ਾਂ ਖੋਹ ਲਈਆਂ, ਉਹਨੂੰ ਫਿਰ ਵਿਰੋਧ ਆਇਆ। ਆਪਾਂ ਫਿਰ ਵੀ ਨਹੀਂ ਸਮਝੇ, ਫਿਰ ਵੀ ਨਾ ਸਮਝੇ ਤਾਂ ਆਪਾਂ ਤੋਂ ਉਹਨੇ ਕੀ ਕੀਤਾ? ਆਪਣੇ ਅੰਦਰ ਰੋਸ ਆ ਗਈ, ਉਹਦੇ ਅੰਦਰ ਬਿਮਾਰੀਆਂ ਆਉਣੀ ਸ਼ੁਰੂ ਹੋ ਗਈਆਂ। ਜਿਸ ਤਰ੍ਹਾਂ ਫਲ ਦੇ ਵਿੱਚ ਜਾਂ ਫਸਲ ਦੇ ਵਿੱਚ ਕੀੜਾ ਮਕੌੜਾ ਪੈ ਜਾਂਦਾ, ਚਾਹੇ ਕੋਈ ਵੀ ਫਲ ਹੈ, ਚਾਹੇ ਅਮਰੂਦ ਹੈ, ਚਾਹੇ ਹੋਰ ਕੋਈ ਫਲ ਹੈ, ਉਹਦੇ ਵਿੱਚ ਕੀੜਾ ਮਕੌੜਾ ਪੈ ਜਾਂਦਾ ਤੇ ਉਹ ਦੇਖੋ ਅੰਦਰੋਂ ਗਲਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਇਨਸਾਨ ਦੇ ਵਿੱਚ ਵੀ ਕੀੜੇ ਮਕੌੜੇ ਸ਼ੁਰੂ ਕਰ ਦਿੱਤੇ। ਉਹਨੇ ਆਖਿਆ ਇਹ ਮੈਨੂੰ ਨਹੀਂ ਸਮਝਿਆ, ਇਹਨੇ ਮੈਨੂੰ ਨਹੀਂ ਪਾਇਆ, ਤਾਂ ਇਹਨੂੰ ਉਦਾਂ ਦੀ ਕਰ ਦਈਏ ਕਿ ਜਿੱਦਾਂ ਦਾ ਇਹਦੀ ਸਮਝ ਤੇ ਬੁੱਧੀ ਨਹੀਂ ਹੈ। ਇਹ ਪਸ਼ੂਆਂ ਦੇ ਸਮਾਨ ਹੈ। ਪਰਮੇਸ਼ਰ ਨੇ ਕਿਹਾ ਜਿਉਂਦਾ ਹੋਇਆ ਇਨਸਾਨ ਪਸ਼ੂਆਂ ਦੇ ਅਧੀਨ ਹੈ, ਕਿਉਂਕਿ ਉਹਨੂੰ ਸਮਝ ਹੀ ਨਹੀਂ ਰੱਖਦਾ ਪਰਮੇਸ਼ਰ ਨੂੰ ਯਾਦ ਕਰਨ ਦੀ, ਪ੍ਰਭੂ ਨੂੰ ਯਾਦ ਕਰਨ ਦੀ ਸਮਝ ਨਹੀਂ ਰੱਖਦਾ। ਤਾਂ ਬੱਚਿਓ ਪਰਮੇਸ਼ਰ ਨੂੰ ਯਾਦ ਕਰਨ ਦੀ ਸਮਝ ਰੱਖਣੀ ਚਾਹੀਦੀ। ਪ੍ਰਭੂ ਨੂੰ ਯਾਦ ਕਰੋ। ਜੋ ਤੁਸੀਂ ਇੱਕ ਚੀਜ਼ ਨੂੰ ਸੋਚੋ, ਅੱਜ ਜਿਹੜੀ ਖੇਤੀ ਆ ਰਹੀ ਹੈ, ਪੱਕਣ ਵਾਲੀ ਹੈ, ਉਹ ਵੱਢਣ ਤੋਂ ਬਾਅਦ ਫਿਰ ਕਿਹੜੀ ਫਸਲ ਅੱਗੇ ਬੀਜਣੀ ਹੈ ਤੇ ਕਿਹੜੀ ਫਿਰ ਅੱਗੇ ਤਿਆਰ ਹੋਣੀ ਹੈ। ਤਾਂ ਬੱਚਿਓ ਆਪਾਂ ਨੂੰ ਪਤਾ ਹੈ ਨਾ, ਤਾਂ ਪਰਮੇਸ਼ਰ ਨੇ ਵੀ ਉਹ ਵੇਖਿਆ ਨਹੀਂ। ਉਹਨੇ ਆਖਿਆ ਜਿਹੜਾ ਮੇਰੇ ਤੇ ਉਮੀਦਾਂ ਨਹੀਂ ਰੱਖਦਾ, ਮੇਰੇ ਤੇ ਵਿਸ਼ਵਾਸ ਨਹੀਂ ਰੱਖਦਾ, ਤਾਂ ਫਿਰ ਮੈਂ ਵੀ ਮੇਰੀ ਮਰਜ਼ੀ ਨਾਲ ਵੱਢੂੰਗਾ ਤੇ ਮੇਰੀ ਮਰਜ਼ੀ ਨਾਲ ਕੱਢੂੰਗਾ। ਤਾਂ ਬੱਚਿਓ ਪਰਮੇਸ਼ਰ ਆਪਣੀ ਮਰਜ਼ੀ ਕਰਨੀ ਸ਼ੁਰੂ ਕਰਨ ਲੱਗ ਗਿਆ, ਕਿਉਂਕਿ ਆਪਾਂ ਮਰਜ਼ੀ ਕਰਨ ਲੱਗ ਗਏ। ਆਪਾਂ ਪਰਮੇਸ਼ਰ ਤੋਂ ਬੜੇ ਦੂਰ ਹੋ ਗਏ ਹਾਂ। ਇਹ वचन ਦੱਸਦਾ परमेश्वर ਅੱਗੇ ਜਾ ਕੇ ਕੀ ਕਹਿੰਦਾ? आमीन। तुम्हारा स्नेह तो भोर के मेघा के समान और सवेरे उठ जाने वाली ओस के समान है। इस कारण मैंने विषय द्वारकाओं के द्वारा मानो। हालेलुया। थोड़ा वचन बड़ा बड़ा उद्देश्य बड़ा कर रहे हैं। कहता तेरा शरीर मेघा जो बदल जाते, देखो कितना चिर मिंटो मिंट जाते। फसल तो रात को तेल आती है, तड़के देखो किन्नी चिर सुक जाती है। कहता तेरा शरीर भी वो समान्य हो गया। इंसान तुरया जाता जो मर्जी उसकी डेथ हो जाती है, मर्जी प्राण छड़ जाता। तो बच्चों परमेश्वर तो दस रहे मेघा की तरह, तो परमेश्वर दस रहे वो तड़के इस धुंध जी ओस आती है फसल के उत्ते, वो तरह। तो कहता तू वो समान्य ही हो गया। बस देखो वो समान्य आप उस तरह इंसान है। की है इंसान? तो बच्चों चिंता का विषय बनाओ, चिंता करो परमेश्वर साढ़े उत्ते दया करे। असी उस तो वध के परमेश्वर की हजूरी के हुक्मां के अनुसार वध के उसकी जय जयकार के निकलीए, खरे निकलीए। तो परमेश्वर साढ़े उत्ते दया करे। अगे वचन की कहता? आमीन। उन पर कुल्हाड़ी चलाकर उन्हें काट डाला और अपने वचनों से उनको घात किया, और मेरा न्याय प्रकाश के समान चमकता है, क्योंकि मैं परिधान से नहीं स्थिर प्रेम ही से प्रसन्न होता हूँ। कहना मैं प्रेम के नाल प्रसन्न होना। कहना कुहाड़ी चला के किसी की कह रहे कुहाड़ी उठाई और मैंने काट लिया, मैंने काट डाला। ये जी हम गल कर रहे थे अपने बच्चा को चले अंदर जहाँ जवान डेथ हो रही थी, लगी कहना मैंने कुहाड़ी उठाई, तो मैंने कुहाड़ी उठाई फेंकी, उसको काट लिया, तो उसकी डेथ हो गई। तो आगे जाके की कहता है, आगे उससे वचन में की कहना है कुल्हाड़ी होगी। मेरा न्याय प्रकाश के समान चमकता है। कहना मेरा न्याय जिन्हें प्रकाश चमकता है, चमकता है। तो बच्चों जिन्हें आपको मैं सामने काफी बहुत बताता हूँ ना, बच्चे को पकड़ने वाला नूर बड़ा चमक रहा है। तो परमेश्वर का नूर जरा है वो चमक रहा है, वो बड़ी चमक है जिन्हें प्रकाश जो सूरज चमक रहा है। इस तरह जो बच्चे जवान होता है, जवानी में बच्चा सूरज होगा देखो क्यों चमक रहा है। तो इसी तरह बच्चों परमेश्वर के साथ जी का जो प्रकाश न्याय है, वो देखो प्रकाश जिन्हें सूरज चमक रहा है, वो न्याय देखना चमक रहा है। तो परमेश्वर बड़ा धर्मी है, तो बड़ा न्याय है, तो बड़ा खरिया का, तो बड़ा सब विश्वासियों का है। आमीन।
सैनिक यह चाहता है कि लोग परमेश्वर का ज्ञान रखें, परंतु उन लोगों ने आत्म के समान वाचा को तोड़ दिया। उन्होंने वह मुझसे विश्वासघात किया। गिलगाल नामक गड्डी और अनर्थकारियों से भरी है, वह खून से भरी हुई है। जैसे डाकुओं के दल किसी की घात में बैठते हैं, वैसे ही याजकों का दल शकेम के मार्ग में वध करता है, वरना उनको महापाप भी किया है। इस्राएल के घराने में मैं रोए खड़े होने का कारण देखा, और उसमें अप्रेम का चिनाला और इस्राएल की अशुद्धता पाई जाती है। हे यहूदा, जब मैं अपनी प्रजा को बंधुआई से लौटा ले आऊंगा, उस समय के लिए तेरे नियति का बलता ठहराया हुआ है। जब मैं इस्राएल को चंगा करता हूँ, तब अप्रेम का अधर्म और शमौन की बुराई प्रकट हो जाती है। वे शल से काम करते हैं और भीतर घुसता और डाकुओं का दल बाहर छीन लेता है, तो भी वे नहीं सोचते कि यहोवा हमारी सारी बुराई के स्मरण रखता है। इसलिए अब वे अपने कामों के जाल से फंसेंगे, क्योंकि उनके कार्य मेरी दृष्टि में बने हैं। हालेलुया। जो इंसान बुरा करता वो अपने आप जाल के फंस जाता है। तो देखो, कोई किसी का बुरा करता वो अपने आप फंस जाता है। तो परमेश्वर पिताजी दसते हैं जो बुरा करने वाला बहुत अच्छा अगे नहीं बढ़ सकता, वो अपने जाल के फंस जाता है। तो परमेश्वर बड़ा महान राजा तो साहां का मालिक है। तो बच्चों, परमेश्वर को आप जो नाराजगी करांगे, परमेश्वर तो दूर होवांगे, तो आप मौत पावांगे, आप सुख नहीं पावांगे। अपने घर में दुख कलेश होंगे, अपने घर में लड़ाई होगी, अपने घर में दुख होंगे, कर्जे होंगे, अपने घर में अगे नहीं बढ़ पाएंगे। तो बच्चों, परमेश्वर जो है बड़ा महान राजा है, जो सब कुछ परमेश्वर के हाथ में है, प्रभु के हाथ में है। धरती के आकाश बनाने वाला है, चंद तारे बनाने वाला है, वह न्याय है, बड़ा महान न्याय है, बड़ा दयालु है, वही बड़ी दया है, वही बड़ी महिमा है। आप परमेश्वर की महिमा अगे बढ़ावांगे, वो विश्वास में अगे करा। बच्चों, अपने बच्चों को भी बचा लांगे, आप भी बचा लांगे। आमीन, हालेलुया। जब मैं इस्राएल को चंगा करता हूँ, तब अप्रेम का अधर्म और शमरोन की बुराई प्रकट हो जाती है। वे शव से काम करते हैं, चोर भीतर घुसता और डाकुओं का दल बाहर छीन लेता है, तो भी वे नहीं सोचते कि यहोवा हमारी सारी बुराई को संरक्षण करता है। इसलिए अब वे अपने कामों के जाल में फंसेंगे, क्योंकि उनके कार्य में दृष्टि में बने हैं। हालेलुया। हो वचन बड़ा महान आ गया कि परमेश्वर के उत्तर बड़े महान है, काली मन बड़े महान होंगे। तो बच्चों, परमेश्वर का हम जो मैन शब्द अगे आता है, परमेश्वर के मैन अपन वाला के दस रहे हैं, पूरे ध्यान ना सुनियो, ये वचन पूरे ध्यान ना छड्डियो। परमेश्वर का अपन आवाज मार के दसदा है, तो अपन आवाज मार के अपना वचन अगे रखता है कि ना मैं सब कुछ हाँ, मैं तेरी जिंदगी देने वाला हाँ, मैं तेन अगे बढ़ाने वाला हाँ। परमेश्वर याहो अपने नाल वादा करता है। अगे देखो 7 अध्याय के 3 अध्याय अगे की दसदा है। आमीन। राजमहल में विद्रोह की गोष्ठी। वे राजा को बुराई करते थे और हकीमों को झूठ बोलने से आनंदित करते हैं। वे सब के सब व्यापारी हैं, वे उस तंदूर के समान हैं जिसका पकाने वाला गर्म करता है, पर जब तक आटा गूंदा नहीं जाता और खमीर से धूल नहीं चूकता, तब तक वह आग को नहीं उकसाता। हमारे राजा के जन्मदिन में दाऊद चूर हुए। वो तो बाहर लग जाते हैं। बड़ा महान राजा। हाँ, तो देखो, कोई बच्ची हो जो तुम आटा गूंद नहीं आना, तो देखो जिन्हें तो रुझ नहीं जाता उन्हें तो रुझ छड़े नहीं। इसी तरह परमेश्वर जो अपने क्रोध में आ जाता, परमेश्वर अपने क्रोध में आ जाता है, तो
ਉਹ ਇਨਸਾਨ ਨੂੰ ਛੱਡਦਾ ਹੈ, ਜਾਂ ਮੰਜੀ ਦੇ ਪਾਸ ਜਾਂ ਆਪਨੂੰ ਕੰਮ ਪਾਰ ਕਰਦਾ। ਤਾਂ ਬੱਚਿਓ ਪਰਮੇਸ਼ਰ ਨੂੰ ਜਦੋਂ ਕ੍ਰੋਧ ਆ ਜਾਏ ਤਾਂ ਪਰਮੇਸ਼ਰ ਵਿਨਾਸ਼ ਕਰ ਦਿੰਦਾ ਹੈ। ਜੇ ਪਰਮੇਸ਼ਰ ਆਪਾਂ ਨੂੰ ਬਚਾਉਣ ਤੇ ਆ ਜਾਏ ਤਾਂ ਆਪਾਂ ਨੂੰ ਤੀਸਰੇ ਦਿਨ ਦੇ ਬਚਨ ਦੇ ਵਿੱਚ ਪਹਿਲਾਂ ਕਹਿੰਦਾ ਮੈਂ ਤੈਨੂੰ ਤੀਜੇ ਦਿਨ ਉਠਾ ਲੂੰਗਾ, ਤੀਜੇ ਦਿਨ ਤੈਨੂੰ ਖੜਾ ਕਰਕੇ ਤੋੜ ਦੂੰਗਾ। ਤਾਂ ਪਰਮੇਸ਼ਰ ਨੇ ਕਿਹਾ ਤੇਰੇ ਮੱਟੀ ਬਣਨ ਵਾਲੀ ਹੋਈ ਤੇ ਮੱਟੀ ਬਣ ਦੂੰਗਾ, ਜਿੱਥੇ ਤੇਰੇ ਜ਼ਖਮ ਹੋ ਤੇ ਜ਼ਖਮ ਸੁਲਾ ਦੂੰਗਾ, ਜਿੱਥੇ ਤੇਰੇ ਕੋਈ ਦੁੱਖ ਤਕਲੀਫ ਰੋਗ ਹੈ ਉਸ ਰੋਗ ਨੂੰ ਚੰਗਾ ਕਰ ਦੂੰਗਾ। ਪਰਮੇਸ਼ਰ ਤਾਂ ਆਪਣੇ ਨਾਲ ਵਾਅਦਾ ਕਰ ਰਿਹਾ, ਪਰਮੇਸ਼ਰ ਆਪਣੇ ਨਾਲ ਵਾਅਦਾ ਕਰ ਰਿਹਾ, ਵਿਸ਼ਵਾਸ ਨਾਲ ਕਹਿ ਰਿਹਾ ਹੈ। ਬੱਚਿਓ ਆਪਾਂ ਨੂੰ ਪਰਮੇਸ਼ਰ ਤੇ ਕਿਉਂ ਵਿਸ਼ਵਾਸ ਰੱਖਣਾ ਚਾਹੀਦਾ ਹੈ? ਜੋ ਆਪਾਂ ਨੂੰ ਪਰਮੇਸ਼ਰ ਨੂੰ ਵਿਸ਼ਵਾਸ ਦੇ ਨਾਲ ਕਰਦਾ ਹੈ। ਆਪਾਂ ਵਿਸ਼ਵਾਸ ਨਹੀਂ ਕਰਦੇ, ਆਪਾਂ ਸੋਚਦੇ ਦੁੱਖ ਹੀ ਆ ਗਿਆ, ਖਾਣ ਪਾਣ ਨਾਲ ਆ ਗਿਆ, ਕੋਈ ਬਿਮਾਰੀਆਂ ਦਾ ਟਾਈਮ ਆ ਗਿਆ ਹੈ, ਬਿਮਾਰੀਆਂ ਦਾ ਕਾਲ ਆ ਗਿਆ। ਬੱਚਿਓ ਕਾਲ ਕਿੱਥੋਂ ਆ ਗਿਆ? ਕਾਲ ਨੂੰ ਆਪਾਂ ਬੁਲਾ ਲਿਆ, ਕਾਲ ਨੂੰ ਆਪਾਂ ਖੁਦ ਨੇ ਬੁਲਾਇਆ ਹੈ। ਕਾਲ ਆਪਣੀ ਮਰਜ਼ੀ ਨਾਲ ਆਇਆ ਨਹੀਂ, ਕਾਲ ਨੂੰ ਆਪਾਂ ਬੁਲਾਇਆ। ਪਰਮੇਸ਼ਰ ਨੂੰ ਆਪਾਂ ਕ੍ਰੋਧ ਵਿੱਚ ਕੀਤਾ ਤੇ ਕਾਲ ਨੇ ਆਪਣੇ ਕੋਲ ਘੇਰਾ ਪਾ ਲਿਆ। ਪਰਮੇਸ਼ਰ ਤੋਂ ਆਪਾਂ ਤੋਂ ਪਿੱਛੇ ਹਟ ਗਿਆ ਤਾਂ ਕਾਲ ਉਸੇ ਵੇਲੇ ਅੱਗੇ ਆ ਗਿਆ। ਤਾਂ ਬੱਚਿਓ ਪਰਮੇਸ਼ਰ ਬੜੀ ਮਹਾਨ ਸ਼ਕਤੀ ਹੈ। ਪਰਮੇਸ਼ਰ ਨੇ ਆਖਿਆ ਤੂੰ ਮੇਰੇ ਤੇ ਅੱਗੇ ਨਿਮਰਤਾ ਰੱਖ, ਪ੍ਰੇਮ ਰੱਖ, ਮੈਂ ਪ੍ਰੇਮ ਦੇ ਨਾਲ ਤੈਨੂੰ ਮਿਲੂੰਗਾ, ਪ੍ਰੇਮ ਦੇ ਨਾਲ ਮੈਂ ਤੇਰੇ ਅੱਗੇ ਆਊਂਗਾ ਤਾਂ ਮੈਂ ਤੇਰੇ ਅੱਗੇ ਖੁਸ਼ੀਆਂ ਕਰੂੰਗਾ, ਤੇਰੀ ਕਿਰਪਾ ਹੋ ਉਹਦੇ ਉੱਤੇ ਮੈਂ ਪਰਮੇਸ਼ਰ ਪਿਤਾ ਜੀ ਕਹਿੰਦੇ ਕਰੂੰਗਾ। ਤਾਂ ਉਸ ਅਨੁਗ੍ਰਹਿ ਪਰਮੇਸ਼ਰ ਦਾ ਉੱਤੇ ਹੁੰਦਾ ਹੈ ਤੇ ਆਪਾਂ ਨੂੰ ਖੁਸ਼ੀਆਂ ਬਖਸ਼ਦਾ ਹੈ, ਤੰਦਰੁਸਤੀਆਂ ਬਖਸ਼ਦਾ ਹੈ। ਤਾਂ ਬੱਚਿਓ ਪਰਮੇਸ਼ਰ ਐਸੀ ਕੁੜੀ ਕਿੱਥੇ ਗਈ ਤੇਰੀ? ਐਸੀ ਸ਼ਕਤੀ ਕੁੜੀ ਹੈ, ਕਿੱਥੇ? ਮੰਜੇ ਦੇ ਉਹ ਬਿਮਾਰ ਹਾਲਤ ਪਏ ਨੂੰ ਬਚਨ ਦੇਣਾ ਬੁਰਾ ਸਿੱਖੇ। ਕਰ ਦਿੰਦਾ ਹੈ। ਹਾਲੇਲੂਇਆ। ਜਿਨ੍ਹਾਂ ਬੱਚਿਆਂ ਨੇ ਹੁਣ ਵਚਨ ਸੁਣ ਰਹੇ ਸੀ, ਜਿਹੜੇ ਬੱਚੇ ਪਰਮੇਸ਼ਰ ਦੀਆਂ ਗੱਲਾਂ ਸੁਣ ਰਹੇ ਸੀ, ਉਹ ਬੱਚੇ ਮੈਨੂੰ ਇਹ ਦੱਸੋ ਹੱਥ ਖੜਾ ਕਰਕੇ ਜਿਨ੍ਹਾਂ ਬੱਚਿਆਂ ਨੂੰ ਸਰੀਰ ਨੂੰ ਦੁੱਖ ਗਿਆ, ਜਿਹਦੇ ਹੱਥੋਂ ਦਰਦ ਗਿਆ, ਜਿਹਦੇ ਸਰੀਰ ਹੌਲੇ ਹੋਏ ਹੱਥ ਖੜਾ ਕਰਕੇ ਦੱਸਣਗੇ। ਹਾਲੇਲੂਇਆ। ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਜੀ ਦਾ, ਜਿਨ੍ਹਾਂ ਬੱਚਿਆਂ ਨੂੰ ਇਹ ਪਰਮੇਸ਼ਰ ਦੇ ਵਚਨ ਦੇ ਦੁਆਰਾ ਚੰਗਿਆਈ ਮਿਲੀ ਹੈ, ਇਹ ਵਚਨ ਸੁਣਦੇ ਨਾਲ ਚੰਗੇ ਹੋਏ ਹੈ। ਇਹ ਵਚਨ ਕੋਈ ਛੋਟੀ ਜਿਹੀ ਚੀਜ਼ ਨਹੀਂ ਜਿਹੜਾ ਤੁਹਾਨੂੰ ਇਹ ਸੁਣਨਾ ਚੰਗਾ ਚੰਗਿਆਈ ਮਿਲਦੀ। ਇਹ ਉਹ ਸ਼ਕਤੀ ਹੈ, ਪਰਮੇਸ਼ਰ ਨੇ ਆਵਾਜ਼ ਮਾਰੀ ਹੈ ਤੁਹਾਨੂੰ, ਇਹ ਬੱਚਿਓ ਆਓ ਮੇਰੇ ਕੋਲੇ, ਮੈਂ ਤੁਹਾਨੂੰ ਵਿਸ਼ਰਾਮ ਦਿਆਂ, ਆਓ ਮੇਰੇ ਬੱਚਿਓ ਤੁਹਾਨੂੰ ਚੰਗਿਆਈ ਦਿਆਂ, ਆਓ ਥੋੜਾ ਮੈਂ ਕਰਜ਼ਾ ਲਾ ਦਿਆਂ, ਆਓ ਤੁਹਾਨੂੰ ਮੈਂ ਦੁੱਖਾਂ ਦੇ ਵਿੱਚੋਂ ਕੱਢ ਲਵਾਂ, ਆਓ ਤੁਹਾਨੂੰ ਪਹਾੜੀ ਥੱਲੇ ਦੱਬੇ ਹੋਏ ਉਸ ਦਲਦਲ ਦੇ ਥੱਲੇ ਫਸੇ ਹੋਏ ਨੂੰ ਕੱਢ ਲਵਾਂ। ਤਾਂ ਬੱਚਿਓ ਪ੍ਰਭੂ ਨੇ ਤਾਂ ਆਵਾਜ਼ ਲਾਈ ਹੈ, ਉਹਦਾ ਕੱਢਣ ਦੇ ਲਈ ਤਿਆਰ ਬੈਠਾ ਹੈ। ਆਪਾਂ ਨਿਕਲਣ ਵਾਸਤੇ ਤਿਆਰ ਹੋਈਏ ਨਾ, ਆਪਾਂ ਉਹ ਬਣ ਜਾਈਏ ਨਿਕਲਣ ਵਾਲੇ, ਆਪਾਂ ਉਸ ਤੋਂ ਨਿਕਲਣ ਵਾਲੇ ਬਾਹਰ ਆਈਏ, ਉਹਦੇ ਵਿਸ਼ਵਾਸ ਕਰਨ ਵਾਲੇ ਆਈਏ। ਤਾਂ ਉਹਦਾ ਵਿਸ਼ਵਾਸ ਆਪਾਂ ਨੂੰ ਦੱਸਦਾ ਹੈ ਕਿ ਯਹੋਵਾ ਕਹਿੰਦਾ ਆ ਮੇਰੇ ਕੋਲੇ ਮੈਂ ਤੈਨੂੰ ਚੰਗਾ ਕਰਾਂ, ਆ ਮੇਰੇ ਕੋਲੇ ਮੈਂ ਤੈਨੂੰ ਅੱਗੇ ਵਧਾਵਾਂ, ਆ ਤੇਰੇ ਉੱਤੇ ਕਿਰਪਾ ਕਰਾਂ। ਹਾਲੇਲੂਇਆ। ਤਾਂ ਪਰਮੇਸ਼ਰ ਯਹੋਵਾ ਤੇ ਪ੍ਰਭੂ ਯਿਸੂ ਮਸੀਹ, ਹਾਲੇਲੂਇਆ, ਤਾਂ ਪਰਮੇਸ਼ਰ ਤੇ ਕਿਰਪਾ ਕਰਦੇ ਹਨ ਤੇ ਦਇਆ ਕਰਦੇ ਹਨ। ਹਾਲੇਲੂਇਆ। ਹਾਲੇਲੂਇਆ। ਹੁਣ ਇਸ ਦੇ ਉੱਤਰ ਦੁਬਾਰਾ ਰੱਖਦੇ ਇਹ ਵਚਨ ਦੇ ਵਿੱਚ ਤੁਹਾਨੂੰ ਅੱਗੇ ਦੱਸਾਂਗੇ, ਪੂਰੀ ਸਮਝ ਦੇ ਨਾਲ वचन दे उत्तर सुनांगे। आमीन, हालेलुया। आमीन, हालेलुया। वे राजा को बुराई करने से और हाकिमों को झूठ बोलने से आनंदित करते हैं। वे सब के सब व्यभिचारी हैं। वे उस तंदूर के समान हैं जिसको पकाने वाला गर्म करता है, पर जब तक आटा गूंथा नहीं जाता, खमीर से फूल नहीं चुकता, तब तक वह आग को नहीं उकसाता। हमारे राजा के जन्मदिन के दिन हाकिम दाख मधु पीकर चूर हुए। उसने ठट्ठा करने वालों से अपना हाथ मिलाया। जब तक वे गात लगाए रहते हैं, तब तक वे अपना मन तंदूर के समान तैयार किए रहते हैं। उनका पकाने वाला रात भर सोता रहता है। वह भोर को तंदूर की दरकती लौ के समान लाल हो जाता है। वे सब के सब तंदूर के समान दरकते और अपने न्यायियों को भस्म करते हैं। हालेलुया। बहुत बड़ा उत्तर है परमेश्वर का। देखो ਹੁਣ ਤੰਦੂਰ ਬੱਚੀਆਂ ਜਦੋਂ ਤਪਾਉਂਦੀਆਂ ਰੋਟੀ ਲਾਉਣ ਵਾਸਤੇ, ਰਾਤ ਨੂੰ ਤੰਦੂਰ ਤਪਾਉਣ ਵਾਲੀ ਬੱਚੀ ਆਰਾਮ ਕਰਦੀ ਹੈ, ਸੌਂਦੀ ਹੈ, ਉਹ ਹੀ ਤੰਦੂਰ ਤਪਾਉਣ ਵਾਸਤੇ ਕਰਕੇ ਉਸ ਤਰ੍ਹਾਂ ਹੋ ਜਾਂਦੀ ਜਿਸ ਤਰ੍ਹਾਂ ਤੰਦੂਰ ਤਪਦਾ ਹੈ। ਤਾਂ ਬੱਚਿਓ ਇਨਸਾਨ ਉੱਦਾਂ ਦਾ ਹੋ ਗਿਆ, ਉੱਦਾਂ ਦਾ ਹੋ ਗਿਆ। ਇਨਸਾਨ ਵਿੱਚ ਕ੍ਰੋਧ ਆ ਗਏ, ਇਨਸਾਨ ਦੇ ਵਿੱਚੋਂ ਦੁੱਖ ਆ ਗਏ, ਕਿਉਂਕਿ ਤੰਦੂਰ ਤਰ੍ਹਾਂ ਤਪੇ ਹੁੰਦੇ ਜਿਸ ਤਰ੍ਹਾਂ ਬੱਚਿਆਂ ਨੂੰ ਖਾਰ ਕ੍ਰੋਧ ਤਰ੍ਹਾਂ ਫਸੇ ਹੁੰਦੇ ਨੇ।
ਤਾਂ ਦੇਖੋ ਤੰਦੂਰ ਜਦੋਂ ਤਪ ਜਾਂਦਾ ਹੈ, ਉਹ ਰੋਟੀਆਂ ਲਾਉਣ ਦੇ ਸਮੇਂ ਤੇ ਰੋਟੀ ਲਾਉਣੇ ਤੇ ਰੋਟੀ ਲੱਗ ਜਾਂਦੀ, ਉਹਦੀ ਰੋਟੀ ਬਣ ਜਾਂਦੀ ਹੈ। ਤਾਂ ਬੱਚਿਓ ਇਨਸਾਨ ਇਦਾਂ ਦਾ ਹੋ ਗਿਆ, ਉਹ ਇੰਨਾ ਤਪ ਜਾਂਦਾ ਹੈ, ਉਹ ਆਪਣੇ ਆਪ ਤੋਂ ਆ ਕੇ ਜਾਂ ਹਾਰਟ ਵਿੱਚ ਜਾਂ ਅਧਰੰਗ ਦੇ ਵਿੱਚ ਮਰ ਜਾਂਦਾ ਹੈ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਨੇ ਦੱਸਿਆ ਕਿ ਨਾ ਨਿਮਰਤਾ ਰੱਖਣ ਵਾਲਾ ਮੈਨੂੰ ਪਾ ਸਕਦਾ ਹੈ, ਨੀਵਾਂ ਹੋ ਕੇ ਝੁਕਣ ਵਾਲਾ ਤੇ ਨਿਮਰਤਾ ਦੇ ਨਾਲ ਮੈਨੂੰ ਯਾਦ ਕਰਨ ਵਾਲਾ ਮੈਨੂੰ ਪਾ ਸਕਦਾ ਹੈ। ਤਾਂ ਬੱਚਿਓ ਗੁੱਸੇ ਕ੍ਰੋਧ ਵਾਲਾ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਪਰਮੇਸ਼ਰ ਦੱਸਦਾ ਹੈ, ਪ੍ਰਭੂ ਜੀ ਵਾਰ-ਵਾਰ ਕਹਿੰਦਾ ਹੈ, ਭਾਈ ਜਿਵੇਂ ਤੰਦੂਰ ਤੇ ਰੋਟੀ ਲੱਗ ਜਾਂਦੀ ਹੈ ਤੇ ਰੋਟੀ ਬਣ ਜਾਂਦੀ ਹੈ। ਇਨਸਾਨ ਦੇ ਵਿੱਚ ਜਦੋਂ ਕ੍ਰੋਧ ਆਉਂਦਾ ਹੈ, ਇਨਸਾਨ ਦੇ ਵਿੱਚ ਇੰਨਾ ਕ੍ਰੋਧ ਹੁੰਦਾ ਹੈ, ਲੱਗਦਾ ਜਿਵੇਂ ਹੁਣੇ ਕੁਝ ਕਿਸੇ ਨੂੰ ਮਾਰ ਰਿਹਾ, ਹੁਣੇ ਕਿਸੇ ਨੂੰ ਮਾਰ ਸਕਦਾ ਹੈ, ਇਹਦੇ ਵਿੱਚ ਬੜਾ ਕ੍ਰੋਧ ਆਇਆ। ਤਾਂ ਬੱਚਿਓ ਇਹ ਕ੍ਰੋਧ ਉਹ ਤੰਦੂਰ ਤਪਣ ਦੇ ਸਮਾਨ ਹੈ, ਉਹ ਆਪਣੀ ਮੌਤ ਦੀ ਬਰਬਾਦੀ ਹੈ। ਤਾਂ ਬੱਚਿਓ ਪਰਮੇਸ਼ਰ ਨੇ ਕਿਹਾ ਜਿਹੜਾ ਮੇਰਾ ਬੱਚਾ ਹੈ, ਮੇਰੇ ਤੇ ਵਿਸ਼ਵਾਸ ਕਰਦਾ, ਉਹਦੇ ਵਿੱਚ ਬੜੀ ਨਿਮਰਤਾ ਹੈ। ਦੇਖੋ ਬੱਚਿਆ, ਪਰਮੇਸ਼ਰ ਨੇ ਪ੍ਰਵਾਨ ਕੀਤਾ, ਰੋਟੀ ਤੋਂ ਪ੍ਰਵਾਨ ਕੀਤਾ, ਉਸ ਆਟੇ ਤੋਂ ਪ੍ਰਵਾਨ ਕੀਤਾ, ਉਹ ਜਿਹੜੇ ਤੰਦੂਰ ਤੋਂ ਪ੍ਰਵਾਨ ਕੀਤਾ। ਬੱਚਿਓ ਆਪਾਂ ਤੰਦੂਰ ਦੇ ਸਮਾਨੇ ਹਾਂ ਅੱਜ ਜਿਹੜੇ ਪਰਮੇਸ਼ਰ ਨੂੰ ਜਾਣਦੇ ਨੇ। ਅੱਜ ਉਹ ਤਪੀ ਹੋਈ ਅੱਗ ਹਾਂ, ਆਪਣੇ ਵਿੱਚੋਂ ਅੱਗ ਵਰਦੀ ਹੈ, ਆਪਣੇ ਸਰੀਰ ਤੇ ਪੈਰਾਂ ਦੇ ਵਿੱਚ ਦੀ ਨਿਕਲਦੀ ਹੈ, ਕਿਉਂਕਿ ਆਪਾਂ ਪਰਮੇਸ਼ਰ ਤੋਂ ਬੜੀ ਦੂਰ ਹਾਂ, ਪਰਮੇਸ਼ਰ ਤੋਂ ਬੜੀ ਦੂਰ ਹਾਂ। ਇਸੇ ਲਈ ਪਰਮੇਸ਼ਰ ਨੇ ਦੱਸਿਆ ਜਿਹੜਾ ਪਰਮੇਸ਼ਰ ਤੋਂ ਦੂਰ ਹੈ ਉਹ ਤੰਦੂਰ ਦੀ ਅੱਗ ਤਰ੍ਹਾਂ ਹੈ। ਜਿਵੇਂ ਅੱਗ ਤੰਦੂਰ ਤਪਿਆ ਹੁੰਦਾ ਹੈ, ਉਹਦੇ ਆਪਾਂ ਹੱਥ ਲਾ ਦਿਆਂਗੇ ਤੇ ਕੀ ਹੁੰਦਾ ਹੈ। ਤਾਂ ਇਸੇ ਤਰ੍ਹਾਂ ਇਨਸਾਨ ਪਰਮੇਸ਼ਰ ਤੋਂ ਦੂਰ ਹੋ ਕੇ ਉਹ ਅੱਗ ਤੇ ਤੰਦੂਰ ਤਪੇ ਹੋਏ ਤੰਦੂਰ ਤਰ੍ਹਾਂ ਹੈ। ਹੁਣ ਪਤਾ ਹੈ ਵੀ ਤੰਦੂਰ ਤਪਿਆ ਹੋਇਆ, ਰੋਟੀ ਲੱਗੇਗੀ, ਰੋਟੀ ਬਣ ਜਾਂਦੀ ਹੈ। ਤਾਂ ਇਨਸਾਨ ਨੂੰ ਇੰਨਾ ਗੁੱਸਾ ਹੁੰਦਾ, ਕੁਝ ਵੀ ਹੋ ਸਕਦਾ, ਕਿਸੇ ਦੀ ਮੌਤ ਵੀ ਕਰ ਸਕਦਾ ਹੈ, ਤਾਂ ਖੁਦ ਵੀ ਮਰ ਸਕਦਾ ਹੈ। ਤਾਂ ਉਹ ਕਿੰਨਾ ਸਮੇਂ ਪਰਮੇਸ਼ਰ ਤੋਂ ਦੂਰ ਹੋ ਕੇ ਉਹਦੇ ਵਿੱਚ ਅੰਧਾਰ ਤੇ ਮੌਤ ਸਮਾਉਂਦੀ ਹੈ। ਤਾਂ ਬੱਚਿਓ ਪਰਮੇਸ਼ਰ ਵਾਰ-ਵਾਰ ਕਹਿੰਦਾ ਗੁੱਸਾ ਕਦੇ ਚੰਗਾ ਨਹੀਂ ਹੁੰਦਾ, ਗੁੱਸਾ ਹਮੇਸ਼ਾ ਮੌਤ ਹੁੰਦੀ ਹੈ। ਗੁੱਸਾ ਆਪਾਂ ਨੂੰ ਮੌਤ ਵੱਲ ਲੈ ਜਾਂਦਾ ਹੈ। ਨਿਮਰਤਾ ਹੁੰਦੀ ਹੈ, ਉਹ ਉਮਰ ਵੱਲ ਲੈ ਜਾਂਦੀ ਹੈ, ਤਾਂ ਪਰਮੇਸ਼ਰ ਵੱਲ ਖਿੱਚ ਲੈਂਦੀ ਹੈ। ਤਾਂ ਬੱਚਿਓ ਚੁੰਮਕ ਲੋਹੇ ਨੂੰ ਕਿਵੇਂ ਖਿੱਚਦੀ ਹੈ, ਇਸੇ ਤਰ੍ਹਾਂ ਜੋ ਕਾਲ ਹੈ ਪਰਮੇਸ਼ਰ ਤੋਂ ਦੂਰ ਹੋਈਏ ਤਾਂ ਮੌਤ ਤੇ ਗੁੱਸਾ ਕ੍ਰੋਧ ਹੈ ਜਿਹੜਾ ਆਪਾਂ ਨੂੰ ਖਿੱਚ ਲੈਂਦਾ ਹੈ, ਆਪਾਂ ਮੌਤ ਦਾ ਕਾਰਨ ਬਣ ਜਾਂਦਾ ਹੈ, ਉਹ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਤਾਂ ਬੱਚੇ ਇਹ ਚੀਜ਼ ਨੂੰ ਸੋਚਿਆ, ਆਪਾਂ ਕਈ ਵਾਰੀ ਕਹਿੰਦੇ ਆ ਬੱਚੇ ਛੋਟੇ ਹੁੰਦੇ ਨੇ ਉਹ ਗੁੱਸੇ ਵਿੱਚ ਮਾਂ ਪਿਓ ਨੂੰ ਮਾਰਦੇ ਆ ਜਾਂ ਕੋਈ ਚੀਜ਼ ਉਠਾ ਕੇ ਮਾਂ ਪਿਓ ਨੂੰ ਮਾਰਦੇ ਆ, ਆਪਾਂ ਨੂੰ ਖੁਸ਼ੀ ਹੁੰਦੀ, ਛੋਟਾ ਜਿਹਾ ਬੱਚਾ ਦੇਖੋ ਕਿੰਨਾ ਗੁੱਸਾ ਕਰਦਾ। ਉਹ ਖੁਸ਼ੀ ਨਾ ਬਣਾਓ, ਚਿੰਤਾ ਦਾ ਵਿਸ਼ਾ ਬਣਾਓ। ਪਰਮੇਸ਼ਰ ਵਚਨ ਵਿੱਚ ਕੀ ਆਖਦਾ ਹੈ, ਚਿੰਤਾ ਦਾ ਵਿਸ਼ਾ ਬਣਾਓ, ਉਹਨੂੰ ਪ੍ਰਭੂ ਦੇ ਬਾਰੇ ਪ੍ਰਭੂ ਦਾ ਵਚਨ ਦੇ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਉਹਦਾ ਗੁੱਸਾ ਸ਼ਾਂਤ ਹੋਵੇ, ਪ੍ਰਭੂ ਉਹਨੂੰ ਪਾਪਾਂ ਤੋਂ ਖਿਮਾ ਕਰੇ, ਉਹ ਬੱਚੇ ਦੀ ਜ਼ਿੰਦਗੀ ਅੱਗੇ ਵਧੇ, ਉਸ ਬੱਚੇ ਦੀ ਉਮਰ ਲੰਬੀ ਵਧੇ, ਕਿਉਂਕਿ ਉਹਦੇ ਵਿੱਚੋਂ ਮੌਤ ਸਵਾਰ ਹੈ, ਉਹਦੇ ਵਿੱਚੋਂ ਗੁੱਸਾ ਸਵਾਰ ਹੈ, ਜੋ ਪਰਮੇਸ਼ਰ ਪਿਤਾ ਦਾ ਵਚਨ ਦੱਸਦਾ ਹੈ। ਜਿਸ ਤਰ੍ਹਾਂ ਤੰਦੂਰ ਤਪਦਾ ਹੈ, ਇਸ ਤਰ੍ਹਾਂ ਗੁੱਸਾ ਉਹਦੇ ਵਿੱਚ ਆ ਕੇ ਤਪਣ ਲੱਗ ਜਾਂਦਾ ਹੈ। ਤਾਂ ਬੱਚਿਓ ਗੁੱਸਾ ਆਉਂਦਾ ਹੈ, ਹਾਰਟ ਆਉਂਦਾ ਹੈ, ਗੁੱਸਾ ਆਉਂਦਾ ਹੈ, ਅਧਰੰਗ ਆਉਂਦੀ ਹੈ। ਤਾਂ ਬੱਚਿਓ ਇਨਸਾਨ ਮੌਤ ਦੇ ਉੱਤੇ ਆ ਕੇ ਡਿੱਗ ਪੈਂਦਾ। ਪਰਮੇਸ਼ਰ ਇਹੀ ਪ੍ਰਮਾਣ ਕਰ ਰਹੇ ਕਹਿੰਦਾ ਜਿਹੜਾ ਮੇਰੇ ਤੋਂ ਦੂਰ ਹੈ ਉਸੇ ਨੂੰ ਹੁੰਦਾ ਹੈ ਨਾ, ਪਰਮੇਸ਼ਰ ਕਹਿੰਦੇ ਜਿਹੜਾ ਮੇਰੇ ਤੋਂ ਦੂਰ ਹੈ ਉਸੇ ਨੂੰ ਮੌਤ ਆਉਂਦੀ ਹੈ ਨਾ। ਤਾਂ ਬੱਚਿਓ ਜਿਹੜੀ ਪਰਮੇਸ਼ਰ ਤੋਂ ਬਗੈਰ ਮੌਤ ਆਉਂਦੀ ਹੈ ਉਹ ਜਮਾਨ ਮੌਤ ਹੁੰਦੀ ਹੈ, ਉਹ ਬਿਮਾਰੀ ਦੇ ਨਾਲ ਮੌਤ ਹੁੰਦੀ ਹੈ, ਉਹ ਸੰਕਟ ਦੇ ਨਾਲ ਮੌਤ ਹੁੰਦੀ ਹੈ, ਉਹ ਪਰਮੇਸ਼ਰ ਤੋਂ ਬਗੈਰ ਹੁੰਦੀ ਹੈ। ਇਸੇ ਪਰਮੇਸ਼ਰ ਦੀ ਜਦੋਂ ਮੌਤ ਆਉਂਦੀ ਹੈ, ਦੰਦਾ ਆਉਂਦੀ ਹੈ, ਉਦੋਂ ਬੱਚੇ ਸਵਰਗ ਲੋਕ ਵੀ ਮਿਲਦਾ ਹੈ। ਤੇ ਚਾਹੇ ਛੋਟੀ ਉਮਰ ਵੀ ਕਿਉਂ ਨਾ ਜਾਈਏ, ਉਹ ਬੰਦਾ ਕਦੇ ਵੀ ਕਿਸੇ ਵਿੱਚ ਬੋਲਦਾ ਨਹੀਂ, ਕਦੇ ਵੀ ਉਹਦਾ ਪਰਿਵਾਰ ਵਿੱਚ ਦੁਖੀ ਨਹੀਂ ਹੁੰਦਾ, ਉਹਦੇ ਪਰਿਵਾਰ ਨੂੰ ਸੰਭਾਲਣ ਵਾਲਾ ਖੁਦ ਹੁੰਦਾ। ਆਮੀਨ, ਹਾਲੇਲੂਇਆ। ਆਗੇ ਬੱਚੇ ਨੂੰ ਪਰਮੇਸ਼ਰ ਦਾ ਕੀ ਕਰਦਾ। प्रेम देश देश के लोगों से मिला जुला रहता है। प्रेम ऐसी चपाती ठहरा है जो उल्टी न हो गई, परदेशियों ने उसका बाल तोड़ डाला। प्रेम ऐसी चीज है, प्रेम परमेश्वर की नवी संत भी है, तो ऐसी चीज है वो प्रेम अंखार ਨੂੰ ਸੁੱਟ ਦਿੰਦਾ, ਅੰਖਾਰ ਨੂੰ ਥੱਲੇ ਸੁੱਟ ਦਿੰਦਾ। ਪ੍ਰੇਮ ਅੰਖਾਰ ਨੂੰ ਮਾਰ ਦਿੰਦਾ ਹੈ, ਪਰਮੇਸ਼ਰ ਪ੍ਰੇਮ ਪਰਮੇਸ਼ਰ ਨੂੰ ਮਿਲਾ ਦਿੰਦਾ ਹੈ। ਕ੍ਰੋਧ ਹੀ ਦੇਖੋ ਮੌਤ ਨੂੰ ਲੈ ਚਲਾ ਦਿੰਦਾ ਹੈ। ਤਾਂ ਬੱਚਿਓ ਪ੍ਰੇਮ ਐਸੀ ਚੀਜ਼ ਹੈ, ਤਾਂ ਪ੍ਰੇਮ ਦੀ ਮਦਦ ਦੇਖੋ ਪਰਮੇਸ਼ਰ ਕਿਵੇਂ ਕਰਦਾ ਹੈ। ਆਮੀਨ। परंतु वह इसे नहीं जानता, उसके सिर में कहीं कहीं पके बाल हैं, परंतु वह इसे नहीं जानता। हालेलुया। मैं बालों की गल पहले दस के हैं, जिसके पके हुए बाल हैं, जिस तरह कोई भी फल पक जाता है, बूटियां के उत्तों पक जाता है,
ਉਹ ਫਿਰ ਤਿਆਰ ਹੋ ਜਾਂਦਾ ਫਲ। ਇਸੇ ਤਰ੍ਹਾਂ ਇਨਸਾਨ ਦੇ ਵਾਲ ਵੀ ਪੱਕ ਜਾਂਦੇ ਹਨ ਤਾਂ ਇਨਸਾਨ ਦਾ ਸਮਾਂ ਤਿਆਰ ਹੋ ਜਾਂਦਾ ਹੈ। ਅੱਗੇ ਪਰਮੇਸ਼ਰ ਕੀ ਦੱਸਦੇ ਬੇਟਾ? ਆਮੀਨ। इसराइल का दल उसी के विरुद्ध साक्षी देता है। इन सब बातों के रहते हुए भी वे अपने परमेश्वर यहोवा की ओर नहीं फिरे और न उसको ढूंढा है। अब एफ्रेम एक बोली पंछी के समान हो गया है, जिसके कुछ बुद्धि नहीं है। वे मिस्रियों की दुहाई देते हैं और अशूर को चले जाते हैं। जब वे जाएं तब उनके ऊपर मैं अपना जाल फैलाऊंगा। मैं उन्हें ऐसा खींच लूंगा जैसे आकाश के पक्षी खींचे जाते हैं। मैं उनको ऐसी ताड़ना दूंगा जैसे उनकी मंडली सुन चुकी है। हालेलुया। परमेश्वर वचन दे विच बड़ा अमान समझा रहा है। ऐसे मैं खींच लूंगा जैसे आसमान के पक्षी खींचे जाते हैं। ਹੁਣ ਤੁਸੀਂ ਸੋਚਦੇ ਹੋ ਕਿ ਆਕਾਸ਼ ਦੇ ਪੰਛੀ ਕਿਵੇਂ ਖਿੱਚੇ ਜਾਂਦੇ? ਹੁਣ ਆਕਾਸ਼ ਦਾ ਪੰਛੀ ਉੜਦਾ ਹੈ ਤਾਂ ਕਿਵੇਂ ਉੜਦਾ? ਉਹਦੇ ਆਸਰੇ ਤੇ ਉੜਦਾ ਹੈ ਕਿ ਆਪਣੀ ਮਰਜ਼ੀ ਦੇ ਆਸਰੇ ਤੇ ਉੜਦਾ ਹੈ? ਤਾਂ परमेश्वर पिता जी कहना मैं ऐसे खींच लूंगा जैसे पक्षी आकाश के पक्षी खींच लेता हूँ, ऐसे मैं तुम्हें वैसा जाल फैलाऊंगा, तुम्हें भी खींच लूंगा। हालेलुया। ਤਾਂ ਬੱਚਿਓ परमेश्वर ਤੋਂ ਦੂਰ ਰਵਾਂਗੇ ਤਾਂ ਆਪਾਂ ਨੂੰ ਐਸੀ ਮੌਤ ਤਾਂ ਐਸੀ ਨੀਂਦ ਫੈਲਾਊਗਾ, ਆਪਾਂ ਨੂੰ ਐਸੇ ਸੰਕਟ ਦੇ ਵਿੱਚ ਫਸਾਊਗਾ, ਕਿਉਂਕਿ ਆਪਾਂ ਆਪਦੀ ਉਮਰ ਦੇ ਵਿੱਚ ਨਹੀਂ, ਆਪਾਂ परमेश्वर ਤੋਂ ਬਗੈਰ ਮਰਜ਼ੀ ਦੇ ਵਿੱਚ ਨਾ ਜਾਵਾਂਗੇ, ਦੁੱਖ ਦੇ ਵਿੱਚ ਜਾਵਾਂਗੇ, ਸੰਕਟ ਕਰਵਾਉਂਦੇ ਰਹਾਂਗੇ, ਕਰਦੇ ਥੱਲੇ ਦੱਬੇ ਹੋਏ ਰਹਾਂਗੇ, ਸੰਕਟ ਦੇ ਥੱਲੇ ਦੱਬੇ ਹੋਏ ਰਹਾਂਗੇ। ਵਿਸ਼ਵਾਸ ਐਸੀ ਤਾਕਤ ਹੈ, परमेश्वर ਦਾ ਪ੍ਰੇਮ ਐਸੀ ਤਾਕਤ ਹੈ ਜਿਹੜਾ ਆਪਾਂ ਨੂੰ ਮੌਤ ਦੇ ਵਿੱਚੋਂ ਖਿੱਚ ਕੇ ਲੈ ਬਾਹਰ ਲੈ ਆਉਂਦਾ। ਆਮੀਨ। ਹਾਲੇਲੁया। उन पर आए क्योंकि वे सारे मेरे पास से भटक गए हैं। उनका सत्यानाश हो क्योंकि ਕਹਿੰਦਾ ਜਿਹੜੇ ਮੇਥੋਂ ਭਟਕ ਗਏ ਹਨ, ਪਰਮੇਸ਼ਰ ਕਹਿੰਦਾ ਉਹਦਾ ਸਤਿਆਨਾਸ਼ ਦੀ ਤਿਆਰੀ ਹੈ। ਤਾਂ ਪਰਮੇਸ਼ਰ ਤੋਂ ਜਿਹੜਾ ਭਟਕ ਜਾਂਦਾ ਉਹਦਾ ਸਤਿਆਨਾਸ਼ ਹੋ ਜਾਂਦਾ ਹੈ। ਦੇਖੋ ਅੱਜ ਵੀ ਮੈਂ ਬੱਚੀਆਂ ਬਹੁਤ ਦੇਖ ਰਿਹਾ ਸੀ, ਅੱਜ ਵੀ ਬੱਚਿਆਂ ਦੇ ਜਿਹੜੇ ਮੈਂ ਅੱਜ ਪੁੱਛ ਰਿਹਾ ਸੀ, ਦੱਸ ਰਹੇ ਸੀ, ਦੁੱਖ ਬੜੇ ਦੱਸ ਰਹੇ ਸੀ, ਸੰਕਟ ਬੜੇ ਦੱਸ ਰਹੇ ਸੀ। ਬੱਚਿਓ ਪਰਮੇਸ਼ਰ ਦਾ ਦਿੱਤਾ ਹੋਇਆ ਸ਼ਰਾਪ ਅੱਜ ਵੀ ਆਪਣੇ ਤੇ ਹੈ। ਉਹ ਸ਼ਰਾਪ ਤੋਂ ਮੁਕਤ ਹੋਈਏ, ਅੱਜ ਉਹ ਸ਼ਰਾਪ ਤੋਂ ਚੰਗੀ ਹੋਈਏ ਤਾਂ ਆਪਾਂ ਨੂੰ ਪਰਮੇਸ਼ਰ ਮਾਫ ਕਰੇ, ਆਪਾਂ ਬਚਾਏ ਜਾਈਏ। ਪਰਮੇਸ਼ਰ ਆਪਾਂ ਨੂੰ ਪਾਪਾਂ ਤੋਂ क्षमा ਕਰੇ। ਆਪਾਂ ਉਹਦੇ ਬੱਚੇ ਹਾਂ, ਆਪਾਂ ਉਹਦੀ ਮਰਜ਼ੀ ਤੋਂ ਬਗੈਰ ਨਹੀਂ ਚੱਲ ਸਕਦੇ। ਜੇ ਆਪਾਂ ਆਪਣੀ ਮਰਜ਼ੀ ਕਰਾਂਗੇ ਤਾਂ ਆਪਾਂ ਠੇਡਾ ਖਾ ਕੇ ਡਿੱਗ ਜਾਵਾਂਗੇ। ਤਾਂ ਪਰਮੇਸ਼ਰ ਨੇ ਭਜਨ ਸੰਹਿਤਾ 91 ਦੇ ਵਿੱਚ ਕਿਹਾ ਹੈ, ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇਗਾ ਮੈਂ ਤੈਨੂੰ ਠੇਡਾ ਵੱਜਣ ਤੋਂ ਵੀ ਬਚਾ ਲਊਂਗਾ। ਹਾਲੇਲੂਇਆ। ਆਮੀਨ। ਉਹਨੇ ਕਿਹਾ ਮੈਂ ਤੈਨੂੰ ਠੇਡਾ ਵੱਜਣ ਤੋਂ ਵੀ ਬਚਾ ਲਊਂਗਾ। ਹਾਲੇਲੂਇਆ। उनका सत्यानाश हो क्योंकि उन्होंने मुझसे बलवा किया है। मैं तो उन्हें छुड़ाता रहा परंतु वे मुझसे झूठ बोलते आए। देखो आज परमेश्वर को की कह रहा है, कहता तुसी मेरे कोलों चंगाई पाउंदे रहे हो,